ਓਕੇ ਹਾਈ ਫਰੈਂਡਸ ਤੇ ਅੱਜ ਆਪਾਂ ਡਿਸਕਸ ਕਰਨਾ ਹੈਗਾ ਜੀ ਐਫੀਡੇਵਿਟ ਆਫ ਸਪੋਰਟ ਜਿਹੜਾ ਅਨਦਰ ਇੰਪੋਰਟੈਂਟ ਡਾਕੂਮੈਂਟ ਆ ਤੇ ਸਾਡੀ ਕਾਫੀ ਭੱਜ ਦੌੜ ਹੋਈ ਇਹਦੇ ਕਰਕੇ ਇਹ ਵੀ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰਾਂਗੇ ਅੱਜ। ਤੇ ਐਫੀਡੇਵਿਟ ਆਫ ਸਪੋਰਟ ਜਿਸ ਤਰ੍ਹਾਂ ਨਾ ਤੁਸੀਂ ਪਤਾ ਲੱਗਦਾ ਹੈਗਾ ਵਾ ਕਿ ਬੇਸਿਕਲੀ ਇੱਕ ਡਾਕੂਮੈਂਟ ਹੈਗਾ ਵਾ ਜਿਹੜਾ ਤੁਹਾਡਾ ਪਟੀਸ਼ਨਰ ਹੋਣਾ ਵਾ ਕਿ ਤੁਹਾਡਾ ਸਪਾਊਸ ਆ ਜਿਹਨੇ ਵੀਜ਼ਾ ਅਪਲਾਈ ਜਿਹਦੇ ਬੇਸ 'ਤੇ ਹੋ ਰਿਹਾ ਵਾ ਕਿ ਤੁਹਾਡੀ ਪਟੀਸ਼ਨ ਹੈਗੀ ਆ I-130 ਜਾਂ ਤੁਹਾਡੇ ਕੋਈ ਬ੍ਰਦਰ ਸਿਸਟਰ ਹੈਗੇ ਆ ਅਤੇ ਉਹਨਾਂ ਨੇ ਬੇਸਿਕਲੀ ਇੱਕ ਐਫੀਡੇਵਿਟ ਗਵਰਨਮੈਂਟ ਨੂੰ ਦੇ ਰਹੇ ਆ ਉਹ ਕਿ ਉਹ ਤੁਹਾਨੂੰ ਸਪੋਰਟ ਕਰੂਗੇ ਇਨ ਫਿਊਚਰ ਜਦੋਂ ਤੁਸੀਂ US 'ਚ ਆਊਗੇ। ਅਤੇ ਇਹ ਬੇਸਿਕਲੀ ਇੱਕ ਸਿਸਟਮ ਹੈਗਾ ਵਾ ਕਿ ਉਹ ਫਾਈਨੈਂਸ਼ੀਅਲ ਰਿਸਪੋਂਸੀਬਿਲਿਟੀ ਤੁਹਾਡੀ ਚੁੱਕ ਰਹੇ ਆ ਜਦੋਂ ਤੱਕ ਤੁਸੀਂ ਸਿਟੀਜ਼ਨ ਨਹੀਂ ਬਣਦੇ ਹੈਗੇ ਜਾਂ ਤੁਸੀਂ ਆਪਣੇ ਵਰਕ ਕ੍ਰੈਡਿਟਸ ਪੂਰੇ ਨਹੀਂ ਕਰਦੇ ਹੈਗੇ ਕਿ ਤੁਸੀਂ ਸੋਸ਼ਲ ਸਿਕਿਉਰਿਟੀ ਲੈ ਪਾਓ ਫਿਊਚਰ 'ਚ। ਅਤੇ ਉਹੋ ਹੀ ਆ ਕਿ ਗਵਰਨਮੈਂਟ ਤੋਂ ਬਰਡਨ ਹਟਾਉਣਾ ਹੈਗਾ ਵਾ ਅਤੇ ਇਹਦੀ ਬੇਸਿਕਲੀ ਤੁਸੀਂ ਐਗਰੀ ਕਰ ਰਿਹਾ ਵਾ ਤੁਹਾਡਾ ਸਪੋਂਸਰ ਕਿ ਉਹ ਤੁਹਾਡੀ ਰਿਸਪੋਂਸੀਬਿਲਿਟੀ ਚੁੱਕੂਗੇ ਜਦੋਂ ਤੁਸੀਂ US 'ਚ ਜਾ ਕੇ ਰਹਿਣਾ ਸ਼ੁਰੂ ਕਰੋਗੇ। ਜੇ ਬਾਈ ਚਾਂਸ ਤੁਸੀਂ ਗਰੀਬ ਹੋ ਗਏ ਜਾਂ ਮੇਨ ਤੁਹਾਨੂੰ ਪਬਲਿਕ ਅਸਿਸਟੈਂਸ ਲੈਣੀ ਪਈ ਜਿਹਦਾ ਮਤਲਬ ਕੋਈ ਸਟੇਟ ਦਾ ਬੈਨੀਫਿਟ ਕੋਈ ਜਾਂ ਫੂਡ ਸਟੈਂਪ ਜਿਸ ਤਰ੍ਹਾਂ ਹੁੰਦਾ ਵਾ ਜਾਂ ਮੈਡੀਕੈਲ ਹੁੰਦੀ ਆ ਕਿ ਹੈਲਥ ਇੰਸ਼ੋਰੈਂਸ ਹੁੰਦੀ ਆ ਜਿਹੜੇ ਲੋ ਇਨਕਮ ਹੁੰਦੇ ਆ ਲੋਕ ਅਤੇ ਉਹਨਾਂ ਤੋਂ ਮਤਲਬ ਉਹਨਾਂ ਦਾ ਲੈਵਲ ਤੁਹਾਡਾ ਬਣ ਗਿਆ ਅਤੇ ਫਿਰ ਤੁਹਾਡਾ ਐਗਰੀਮੈਂਟ ਗੌਰਮੈਂਟ ਨਾਲ ਤੁਹਾਡਾ ਸਪੋਂਸਰ ਕਰ ਰਿਹਾ ਵਾ ਕਿ ਉਹ ਤੁਹਾਡੀ ਸਪੋਰਟ ਕਰੂਗਾ। ਅਤੇ ਜੇ ਬਾਈ ਚਾਂਸ ਤੁਸੀਂ ਇਹ ਬੈਨੀਫਿਟ ਲੈਂਦੇ ਹੋ ਅਤੇ ਇਹ ਬੇਸਿਕਲੀ ਇੱਕ ਐਗਰੀਮੈਂਟ ਹੈਗਾ ਵਾ ਗਵਰਨਮੈਂਟ ਦੇ ਨਾਲ ਕਿ ਕੋਈ ਵੀ ਸਟੇਟ ਏਜੰਸੀ ਜਾਂ ਫੈਡਰਲ ਏਜੰਸੀ ਤੁਹਾਡੇ ਸਪੋਂਸਰ ਤੋਂ ਫਿਰ ਉਹ ਪੈਸੇ ਰੀਇੰਬਰਸ ਕਰਾਊਗੀ ਜਿਹੜੇ ਥੋੜ੍ਹੇ ਨਹੀਂ ਹੁੰਦੇ ਹੈਗੇ, ਬਹੁਤ ਹੁੰਦੇ ਆ। ਅਤੇ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਅਤੇ ਉਸ ਤੋਂ ਬਾਅਦ 'ਚ ਆਪਾਂ ਐਕਸਪੀਰੀਅੰਸ ਆਪਣਾ ਕਿਹੋ ਜਿਹਾ ਰਿਹਾ ਭੱਜ ਦੌੜ ਵਾਲਾ ਇਹ ਡਾਕੂਮੈਂਟ ਦੇ ਨਾਲ ਅਤੇ ਐਕਸਪੀਰੀਅੰਸ ਸ਼ੇਅਰ ਕਰਾਂਗੇ। ਅਤੇ ਚਲੋ ਜੀ ਹੁਣ ਡਿਸਕਸ ਕਰਦੇ ਹਾਂ ਜੀ ਬੇਸਿਕਸ ਇੰਪੋਰਟੈਂਟ ਹੈ ਡਾਕੂਮੈਂਟ ਦੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਤਾ ਕਿ ਇਹ ਡਾਕੂਮੈਂਟ ਕਾਹਦੇ ਲਈ ਹੁੰਦਾ ਵਾ ਅਤੇ ਇਹਦੇ ਲਈ ਇੱਕ ਫਾਰਮ ਹੁੰਦਾ ਵਾ I-864 ਅਤੇ ਜਿਹੜਾ ਤੁਹਾਡਾ ਸਪੋਂਸਰ ਜਦੋਂ ਤੁਸੀਂ ਅਪਲਾਈ ਕੀਤਾ ਵਾ ਨੈਸ਼ਨਲ ਵੀਜ਼ਾ ਸੈਂਟਰ ਤੁਹਾਡਾ ਕਿਹਾ ਹੈਗਾ ਸੀ ਜਦੋਂ ਤੁਸੀਂ ਐਫੀਡੇਵਿਟ ਆਫ ਸਪੋਰਟ ਫਾਈਲ ਕੀਤਾ ਹੈਗਾ ਵਾ ਅਤੇ ਤੁਸੀਂ ਅਪਲੋਡ ਕੀਤਾ ਵਾ ਫਿਰ ਤੁਹਾਨੂੰ ਤੁਹਾਡਾ ਕੇਸ ਡਾਕੂਮੈਂਟਰੀ ਕੁਆਲੀਫਾਈਡ ਹੋਇਆ ਵਾ। ਅਤੇ ਇਹ ਪ੍ਰੋਸੈਸ ਦੇ ਵਿੱਚ ਤੁਹਾਡਾ ਸਪੋਂਸਰ ਬੇਸਿਕਲੀ ਇੱਕ ਫਾਰਮ ਮੇਰੇ ਖਿਆਲ ਤੋਂ ਹੁਣ ਤਾਂ ਕਾਫੀ ਉਹ ਥੋੜ੍ਹਾ ਜਿਹਾ ਲੰਬਾ ਫਾਰਮ ਹੋ ਗਿਆ ਵਾ ਅਤੇ ਉਹ ਫਾਰਮ ਸਬਮਿਟ ਕਰ ਰਹੇ ਆ, ਆਪਣੀ ਇਨਕਮ ਦੱਸ ਰਹੇ ਆ ਜਿਹੜੀ ਬੇਸਿਕਲੀ ਮੈਂ ਤੁਹਾਨੂੰ ਇੱਕ ਆਈਡੀਆ ਦੇ ਦੇਵਾਂ ਕਿ ਇਨਕਮ ਹੁੰਦੀ ਆ ਵੇਖੀ ਜਾਂਦੀ ਹੈ ਫੈਡਰਲ ਪਾਵਰਟੀ ਲੈਵਲ ਇੱਕ ਕਾਈਂਡ ਆਫ ਟੇਬਲ ਹੈਗਾ ਵਾ ਇਨਕਮ ਦਾ ਕਿ ਤੁਹਾਡੇ ਫੈਮਿਲੀ ਮੈਂਬਰਸ ਕਿੰਨੇ ਆ ਘਰ ਦੇ ਵਿੱਚ ਇੱਕ ਸਪੋਂਸਰ ਦੇ ਅਤੇ ਕਿੰਨੇ ਹਾਊਸ ਹੋਲਡ ਮੈਂਬਰ ਆ ਉਹਦੇ ਬੇਸ 'ਤੇ ਇੱਕ ਇਨਕਮ ਦਾ ਲੈਵਲ ਹੁੰਦਾ ਵਾ ਉਹ ਤੋਂ ਵੱਧ ਹੀ ਹੋਣਾ ਚਾਹੀਦਾ ਵਾ ਫਿਰ ਕੋਈ ਬੰਦਾ ਕਿਹਨੂੰ ਸਪੋਂਸਰ ਕਰ ਸਕਦਾ ਹੈਗਾ ਵਾ। ਅਤੇ ਕਰੰਟਲੀ ਮੈਂ ਤੁਹਾਨੂੰ ਇੱਕ ਆਈਡੀਆ ਦੇ ਦੇਵਾਂ ਕਿ ਸਮਝ ਲਓ 2 ਹਾਊਸ ਹੋਲਡ ਮੈਂਬਰਸ ਹੈਗੇ ਆ ਤੁਹਾਡੇ ਸਪੋਂਸਰ ਦੇ ਅਤੇ ਉਹਨਾਂ ਦਾ ਕਰੰਟ ਜੋ ਲੈਵਲ ਆ ਕਿਉਂਕਿ ਐਵਰੀ ਈਅਰ ਇਹ ਚੇਂਜ ਹੁੰਦਾ ਐਵਰੀ ਈਅਰ ਇਹ ਵੱਧਦਾ ਰਹਿੰਦਾ ਵਾ ਅਤੇ ਅਰਾਊਂਡ ਹੈਗਾ ਵਾ $22,000 ਅਤੇ ਇਹ ਤੋਂ ਵੱਧ ਹੀ ਤੁਹਾਡੇ ਮਤਲਬ ਜੋ ਸਪੋਂਸਰ ਕਰ ਰਹੇ ਉਹਨਾਂ ਦੀ ਇਨਕਮ ਚਾਹੀਦੀ ਹੈਗੀ ਆ ਕਿ ਉਹ ਤੁਹਾਨੂੰ ਸਪੋਂਸਰਸ਼ਿਪ ਦੇ ਸਕਣ। ਅਤੇ ਜੇ ਬਾਈ ਚਾਂਸ ਸਮਝ ਲਓ ਕਿ ਇੰਨਾ ਲੈਵਲ ਨਹੀਂ ਹੁੰਦਾ ਅਤੇ ਫਿਰ ਇੱਕ ਚੀਜ਼ ਕਹੀ ਜਾਂਦੀ ਹੈ ਕਿ ਕੋਈ ਜੁਆਇੰਟ ਸਪੋਂਸਰ ਵੀ ਬਣ ਸਕਦਾ ਕਿ ਇੱਕ ਸੈਕੰਡ ਪਰਸਨ ਤੁਸੀਂ ਲਿਆਉਂਦੇ ਹੋ ਸਪੋਂਸਰਸ਼ਿਪ ਲਈ ਜਿਹੜਾ ਮਤਲਬ ਉਹ ਬੇਸਿਕ ਇਨਕਮ ਰਿਕੁਆਇਰਮੈਂਟ ਜੋ ਹੈਗੀ ਆ ਅਬਾਵ ਪਾਵਰਟੀ ਲੈਵਲ ਉਹਨੂੰ ਮੀਟ ਕਰ ਪਾਵੇ। ਇਹ 'ਚ ਕਾਫੀ ਟੈਕਨੀਕਲ ਚੀਜ਼ਾਂ ਹੈਗੀਆਂ ਵਾ ਉਹਦੇ ਕਰਕੇ ਅਸੀਂ ਉਹ 'ਚ ਜ਼ਿਆਦਾ ਜਾਵਾਂਗੇ ਨਹੀਂ ਕਿਉਂਕਿ ਮੈਨੂੰ ਲੱਗਦਾ ਆਪਾਂ 2 ਘੰਟੇ ਦੀ ਵੀਡੀਓ ਹੋ ਜਾਣੀ ਆ। ਅਤੇ ਮੋਸਟ ਆਈ ਥਿੰਕ ਬੈਸਟ ਐਡਵਾਈਸ ਤੁਹਾਨੂੰ ਇਮੀਗ੍ਰੇਸ਼ਨ ਅਟਾਰਨੀ ਦੇ ਸਕਦਾ ਹੈਗਾ ਵਾ ਅਤੇ ਆਪਣੇ ਇਮੀਗ੍ਰੇਸ਼ਨ ਅਟਾਰਨੀ ਨੂੰ ਕੰਟੈਕਟ ਕਰਿਓ ਇਹਦੇ ਬਾਰੇ। ਅਤੇ ਨੈਕਸਟ ਚੀਜ਼ ਮੈਂ ਬੇਸਿਕ ਹੀ ਕਵਰ ਕਰੂੰਗਾ ਇਹਦੇ ਬਾਰੇ ਬੇਸਿਕਲੀ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਚਾਹੀਦੇ ਹੁੰਦੇ ਹੈਗੇ ਆ। ਜਦੋਂ ਤੁਹਾਡਾ ਨੈਸ਼ਨਲ ਵੀਜ਼ਾ ਸੈਂਟਰ ਇਮੀਗ੍ਰੈਂਟ ਵੀਜ਼ਾ ਐਪਲੀਕੇਸ਼ਨ ਤੁਹਾਡੀ ਭਰੀ ਗਈ ਸੀ ਔਨਲਾਈਨ ਜੇ ਤੁਹਾਨੂੰ ਯਾਦ ਹੋਊਗਾ ਕਿ ਮੇ ਵੀ ਤੁਹਾਡੇ ਸਪੋਂਸਰ ਨੇ ਦੱਸੀ ਹੋਣੀ ਕਿ ਹਾਂ ਜੀ ਉਹ ਆ ਗਏ ਜੀ ਹੁਣ ਫੀਸ ਭਰ ਰਹੇ ਹਾਂ ਅਸੀਂ ਤੁਹਾਡੀ ਐਪਲੀਕੇਸ਼ਨ ਭਰ ਰਹੇ ਹਾਂ ਉਸ ਟਾਈਮ ਤੁਹਾਡੇ ਸਪੋਂਸਰ ਨੇ ਆਪਣੀ ਟੈਕਸ ਟਰਾਂਸਕ੍ਰਿਪਟ ਕਿਉਂਕਿ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਆ ਟੈਕਸ ਰਿਟਰਨ ਵੀ ਤੁਸੀਂ ਦੇ ਸਕਦੇ ਹੋ ਐਜ਼ ਏ ਪ੍ਰੂਫ ਆਫ ਓਬਵੀਅਸਲੀ ਇਨਕਮ ਕਿ ਤੁਹਾਡੀ ਲਾਸਟ ਈਅਰ ਕਿੰਨੀ ਰਹੀ ਆ ਪਰ ਤੁਹਾਨੂੰ ਨਾਲੋਂ ਨਾਲ ਉਹ ਆਪਣਾ W-2 ਵੀ ਦੇ ਰਹੇ ਹੁੰਦੇ। W-2 ਬੇਸਿਕਲੀ ਹੁੰਦਾ ਵਾ ਕਿ ਇਹ ਅਮਰੀਕਾ ਦੇ ਵਿੱਚ ਕਿ ਇੱਕ ਸਾਲ ਦਾ ਵੇਰਵਾ ਜਦੋਂ ਟੈਕਸ ਫਾਈਲ ਕਰਨਾ ਵਾ ਹਰ ਇੱਕ ਸਾਲ ਬਾਅਦ ਤੁਹਾਨੂੰ ਜੋ ਵੀ ਪਰਸਨ ਦਾ ਐਮਪਲੋਇਰ ਆ ਕਿ ਤੁਸੀਂ ਕਿੱਥੇ ਨੌਕਰੀ ਕਰ ਰਹੇ ਸੀ ਉਹ ਤੁਹਾਨੂੰ ਇੱਕ W-2 ਬੇਸਿਕਲੀ ਫਾਰਮ ਦਿੰਦੇ ਆ ਕਿ ਤੁਹਾਡੇ ਸਾਰੇ ਸਾਲ 'ਚ ਇੰਨੀ ਸੈਲਰੀ ਬਣੀ ਸੀ ਅਤੇ ਉਹ ਇੱਕ ਉਹਨਾਂ ਨੇ ਸਬਮਿਟ ਕਰਨਾ ਹੁੰਦਾ। ਜੇ ਉਹਨਾਂ ਦਾ ਕੋਈ ਬਿਜ਼ਨਸ ਆ ਫਿਰ ਉਹ ਆਪਣੀ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਮੇਨ ਅਪਲੋਡ ਕਰ ਰਹੇ ਆ
ਤੇ ਜਦੋਂ ਤੁਹਾਡਾ ਡਾਕੂਮੈਂਟਲੀ ਕੁਆਲੀਫਾਈਡ ਹੋਇਆ ਵਾ ਕੇਸ, ਉਹ ਇਹਦੇ ਬੇਸ ਤੇ ਹੀ ਹੋਇਆ ਵਾ ਕਿ ਇਹ ਡਾਕੂਮੈਂਟਸ ਅਪਲੋਡ ਕੀਤੇ ਗਏ ਸੀ ਉਸ ਟਾਈਮ। ਤੇ ਹੁਣ ਮੇਨ ਯੂਜੂਅਲੀ ਕੀ ਹੁੰਦਾ ਵਾ, ਤੁਹਾਡੀ ਸਮਝ ਲਓ ਇੰਟਰਵਿਊ ਡੇਟ ਆ ਗਈ ਤੇ ਨਾਰਮਲੀ ਮਤਲਬ ਈਵਨ ਮਤਲਬ ਬਿਫੋਰ ਕੋਵਿਡ ਕਿ ਉਹ ਜਿਹੜਾ ਐਫੀਡੇਵਿਟ ਆਫ ਸਪੋਰਟ ਆ ਉਹ ਠੀਕ ਆ, ਇੱਕ ਸਕੈਨ ਕਾਪੀ ਅਪਲੋਡ ਕੀਤੀ ਗਈ ਆ, ਨੈਸ਼ਨਲ ਵੀਜ਼ਾ ਸੈਂਟਰ ਕੋਲ ਓਰੀਜਨਲ ਨਹੀਂ ਹੁੰਦਾ, ਤੁਸੀਂ ਓਰੀਜਨਲ ਲੈ ਕੇ ਜਾਣਾ ਹੁੰਦਾ ਵਾ ਇੰਟਰਵਿਊ ਆਪਣੀ ਡੇਟ ਤੇ। ਇਹ ਇੱਕ ਨਾਰਮਲ ਮਤਲਬ ਰੂਲ ਹੈਗਾ ਸੀ ਬਿਫੋਰ ਕੋਵਿਡ। ਤੇ ਹੁਣ ਆਪਾਂ ਮੇਰੇ ਖਿਆਲ ਤੋਂ ਵਧੀਆ ਟਾਈਮ ਹੋਣਾ ਵਾ ਕਿ ਆਪਾਂ ਆਪਣਾ ਐਕਸਪੀਰੀਅੰਸ ਵੀ ਕਰੀਏ ਕਿ ਜਦੋਂ ਤੁਹਾਨੂੰ ਇੰਟਰਵਿਊ ਲੈਟਰ ਆਇਆ ਸੀ ਤੇ ਇਹ ਇੱਕ ਡਾਕੂਮੈਂਟ ਹੈਗਾ ਸੀ ਜਿਹੜੇ ਇਮੀਗ੍ਰੇਸ਼ਨ ਅਟਾਰਨੀ ਨੇ ਵੀ ਉਸ ਟਾਈਮ ਕਿਹਾ ਕਿ ਠੀਕ ਆ ਤੁਹਾਨੂੰ ਆ ਪੈਕੇਜ ਮਤਲਬ ਤੁਹਾਡੇ ਇੰਟਰਵਿਊ ਲਈ ਚਾਹੀਦਾ ਹੋਣਾ ਵਾ, ਜਿਹ 'ਚ ਓਰੀਜਨਲ ਮੇਰਾ ਸਾਈਨਡ ਐਫੀਡੇਵਿਟ ਆਫ ਸਪੋਰਟ ਹੈਗਾ ਵਾ, ਤੇ ਤੁਹਾਨੂੰ ਅਪਡੇਟਡ ਮਤਲਬ ਟਰਾਂਸਕ੍ਰਿਪਟ ਚਾਹੀਦੀ ਹੈ ਕਿਉਂਕਿ 1 ਸਾਲ ਤੋਂ ਵੱਧ ਹੋ ਗਿਆ ਸੀ ਡਾਕੂਮੈਂਟਲੀ ਕੁਆਲੀਫਾਈਡ ਹੋਣ ਨੂੰ। ਤੇ ਜੋ ਡਾਕੂਮੈਂਟ ਸਬਮਿਟ ਕੀਤੇ ਸੀ ਇਨਕਮ ਦੇ ਕਾਈਂਡ ਆਫ ਪੁਰਾਣੇ ਹੋ ਗਏ ਸੀ, ਤੇ ਠੀਕ ਆ ਰੀਸੈਂਟ ਵਾਲੀ ਤੁਹਾਡੀ ਟੈਕਸ ਟਰਾਂਸਕ੍ਰਿਪਟ ਉਹ ਮੈਨੂੰ ਕਹੀ ਗਈ ਸੀ। ਤੇ ਮੇਨ ਫਿਰ ਐਕਸਪੀਰੀਅੰਸ ਆਪਾਂ ਸ਼ੇਅਰ ਕਰਾਂਗੇ ਕਿ ਤੁਹਾਡਾ ਆਇਆ ਸੀ ਮੇਰੇ ਖਿਆਲ ਕਿੰਨੇ ਕੁ ਦਿਨ ਤੁਹਾਡੇ ਹੈਗੇ ਸੀ ਇੰਟਰਵਿਊ ਨੂੰ ਜਦੋਂ ਲੈਟਰ ਆਇਆ ਸੀ? 7 days। ਅੱਛਾ। ਤੇ ਮੈਨੂੰ ਮੇਰੇ ਖਿਆਲ ਤੋਂ ਮੈਂ ਨੈਕਸਟ ਦਿਨ ਹੀ ਇਮੀਗ੍ਰੇਸ਼ਨ ਅਟਰਨੀ ਨੂੰ ਕੰਟੈਕਟ ਕੀਤਾ ਸੀ, ਉਹਨਾਂ ਨੇ ਪੈਕੇਜ ਕ੍ਰੀਏਟ ਕਰਤਾ ਸੀ ਕਿ ਇਹ ਲੈ ਕੇ ਜਾਣਾ ਵਾ। ਹੁਣ ਮਸਲਾ ਹੈਗਾ ਸੀ ਕਿ ਉਹ ਪਹੁੰਚਾਉਣਾ ਕਿਸ ਤਰ੍ਹਾਂ ਹੈਗਾ ਤੇ ਹਾਂ ਤੇ ਹਾਂ ਮਤਲਬ ਕਿਉਂਕਿ 7 day ਨੂੰ ਮੇਰੀ ਇੰਟਰਵਿਊ ਸੀ ਤੇ ਮੇਨ ਮਤਲਬ ਉਹੋ ਹੀ ਐਂਗਜ਼ਾਈਟੀ ਸੀ ਕਿ ਪਹੁੰਚਾਈਏ ਕਿਸ ਤਰ੍ਹਾਂ ਕਿ ਠੀਕ ਆ ਮੇਨ ਅਮਰੀਕਾ ਦੇ ਵਿੱਚ ਤੇ ਤੁਸੀਂ ਪਹੁੰਚਾਉਣਾ ਵਾ ਤੇ ਕਾਈਂਡ ਆਫ ਕਿ ਚਲੋ ਵਨ ਓਵਰਨਾਈਟ ਡਿਲੀਵਰੀ ਹੋ ਜਾਂਦੀ ਆ, ਫੈਡੈਕਸ ਹੈਗੇ ਆ, UPS ਮਤਲਬ ਪੋਸਟਲ ਸਰਵਿਸ ਆ। ਤੇ ਪਰ ਹੁਣ ਇੰਡੀਆ ਦਾ ਇਸ਼ੂ ਹੈਗਾ ਸੀ ਕਿ ਇੰਡੀਆ 'ਚ ਓਬਵੀਅਸਲੀ ਟਾਈਮ ਅਸੀਂ ਸੋਚਿਆ ਸੀ ਕਿ ਕਈ ਵਾਰ ਲੱਗ ਜਾਂਦਾ, ਪਰ ਅਸੀਂ ਫਾਸਟੈਸਟ ਸਰਵਿਸ ਚੂਜ਼ ਕੀਤੀ ਸੀ ਫੈਡੈਕਸ ਵਾਲਿਆਂ ਦੀ, ਜਿਹੜੀ ਫੈਡੈਕਸ ਇੰਟਰਨੈਸ਼ਨਲ ਐਕਸਪ੍ਰੈਸ ਹੈਗਾ ਸੀ ਉਹਦਾ ਨਾਂ, ਉਹ ਫਾਸਟੈਸਟ ਸੀ ਉਹਨਾਂ ਦੀ ਕਿ ਫੈਡੈਕਸ ਤੋਂ ਜਾਊਗਾ ਠੀਕ ਹੈ ਇੰਡੀਆ ਤੇ ਤੁਹਾਨੂੰ ਮਿਲ ਜੂਗਾ। ਤੇ ਐਸਟੀਮੇਟਡ ਸਾਨੂੰ ਟਾਈਮ ਦੱਸਿਆ ਗਿਆ ਸੀ 3 ਦਿਨ 'ਚ ਮਿਲ ਜੂਗਾ। ਤੇ ਅਸੀਂ ਫਿਰ ਸੋਚਿਆ, ਮੈਂ ਫਿਰ ਉਹ ਡਾਕੂਮੈਂਟਸ ਲੈ ਕੇ ਆਇਆ ਇਮੀਗ੍ਰੇਸ਼ਨ ਅਟਰਨੀ ਤੋਂ ਪੈਕੇਜ, ਉਹਦੇ ਵਿੱਚ ਮੇਰਾ ਓਰੀਜਨਲ ਸਾਈਨਡ ਹੈਗਾ ਸੀ। ਫਿਰ ਠੀਕ ਆ ਆਪਣੀ ਕਾਫੀ ਮਤਲਬ ਡਿਸਕਸ਼ਨ ਹੋ ਰਹੀ ਸੀ ਕਿ ਜਿਸ ਤਰ੍ਹਾਂ ਮੈਂ ਅੱਜ ਲੈ ਕੇ ਆਇਆ ਵਾਂ ਤੇ ਅੱਜ ਹੀ ਸਵੇਰੇ ਤੁਹਾਨੂੰ ਆਇਆ ਸੀ ਮੈਨੂੰ ਤੇ ਕਾਲ ਕੀ ਠੀਕ ਹੈ ਤੁਹਾਨੂੰ ਇੰਟਰਵਿਊ ਡੇਟ ਆਈ। ਮੈਂ ਸੇਮ ਡੇ ਗਿਆ ਉਹਨਾਂ ਕੋਲ, ਫਿਰ ਮੈਂ ਪਿਕਅਪ ਕਰਕੇ ਲੈ ਕੇ ਆਇਆ ਤੇ ਆਲਮੋਸਟ ਅਰਾਊਂਡ 7 ਵਜੇ ਸ਼ਾਮ ਦਾ ਟਾਈਮ ਸੀ। ਮੈਂ UPS ਨੂੰ ਕੰਟੈਕਟ ਕੀਤਾ ਕਿ ਵੀ ਤੁਸੀਂ ਕਿੰਨੇ ਦਿਨ ਲੈਂਦੇ ਹੋ, ਕਿਉਂਕਿ ਸਾਡਾ ਕੰਸਰਨ ਇੱਕ ਹੈਗਾ ਸੀ ਜਿਹੜਾ ਤੁਹਾਨੂੰ ਅੱਗੇ ਪਤਾ ਲੱਗੂਗਾ ਕੀ ਕੰਸਰਨ ਹੋਇਆ ਵੀ ਕਿ ਮੇਨ ਬਈ ਪਹੁੰਚੂਗਾ ਟਾਈਮ ਸਿਰ, ਕਿ ਮੇਨ ਡਿਲੇ ਤੇ ਨਹੀਂ ਹੋ ਜਾਣਾ ਹੈਗਾ ਸਾਰਾ ਕੁਝ। ਇਹ ਬੜਾ ਵੱਡਾ ਕੰਸਰਨ ਸੀ। ਫਿਰ ਸਾਨੂੰ ਸੋਚਣ 'ਚ ਅਸੀਂ ਆਪਸ 'ਚ ਕਾਲ ਤੇ ਕਾਫੀ ਰਹੇ ਹੈਗੇ ਸੀ ਤੇ ਕਿ ਅਸੀਂ ਲਈਏ ਭੇਜੀਏ ਕਿ ਨਾ ਭੇਜੀਏ। ਇੱਕ ਇਹ ਵੀ ਸੀ ਮਾਈਂਡ 'ਚ ਕਿ ਮੈਂ ਹੀ ਸ਼ਾਇਦ ਕਿ ਚਲੋ ਚਲੇ ਜਾਵਾਂ ਇੰਟਰਵਿਊ ਦੇ ਪਹਿਲੇ ਤੇ ਫਿਰ ਸੋਚ ਰਹੇ ਸੀ ਕਿਉਂਕਿ ਮੇਰਾ ਪਲਾਨ ਕੋਈ ਨਹੀਂ ਹੈਗਾ ਸੀ। ਮੇਰਾ ਪਲਾਨ ਸੀ ਕਿ ਚਲੋ ਆਫਟਰ ਇੰਟਰਵਿਊ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਵਾ, ਕਿਉਂਕਿ ਠੀਕ ਹੈ ਅਮਰੀਕਾ ਦੇ ਵਿੱਚ ਜੌਬਸ ਦਾ ਵੀ ਇਸ਼ੂ ਹੁੰਦਾ ਵਾ, ਇੰਨੀ ਛੁੱਟੀ ਤੁਹਾਨੂੰ ਇਮੀਡੀਏਟਲੀ ਕਈ ਵਾਰ ਨਹੀਂ ਮਿਲ ਪਾਉਂਦੀ, ਐਂਡ ਸਪੈਸ਼ਲੀ ਜਦੋਂ ਤੁਸੀਂ ਲਾਅ ਦੀ ਪ੍ਰੈਕਟਿਸ ਕਰ ਰਹੇ ਹੋ ਤੇ ਅਨਫੋਰਚੂਨੇਟਲੀ ਇੱਕਦਮ ਤੁਸੀਂ ਛੱਡ ਕੇ ਚੀਜ਼ਾਂ ਨਹੀਂ ਜਾ ਸਕਦੇ। ਤੇ ਉਹ ਇੱਕ ਕੰਸਰਨ ਹੈਗਾ ਸੀ। ਫਿਰ ਅਸੀਂ ਸੋਚ ਕੇ ਭੇਜ ਹੀ ਦਿੱਤੀ ਫਿਰ ਨਾ ਭੇਜ ਹੀ ਦਿੱਤੀ ਕਿ ਚਲੋ ਵੇਖੀ ਜਾਊਗੀ ਕਿ ਚਲੋ ਉਹ ਕਹਿ ਰਹੇ ਆ 3 ਦਿਨ ਲੱਗਣੇ ਆ, ਇਹੋ ਹੀ ਕਿਹਾ ਗਿਆ ਸੀ ਮੇਰੇ ਖਿਆਲ ਤੋਂ ਆਪਣੇ ਨੂੰ 3 ਦਿਨ ਲੱਗਣੇ ਆ। ਅਸੀਂ ਭੇਜਤੀ ਤੇ ਸਾਡੀ ਕੰਸਰਨ ਹੋਰ ਵੱਧ ਹੀ ਗਈ ਜਦੋਂ ਅਸੀਂ ਸਟੇਟਸ ਵੇਖੇ, ਕਿਉਂਕਿ ਤੁਸੀਂ ਟਰੈਕਿੰਗ ਕਰ ਸਕਦੇ ਹੋ ਠੀਕ ਹੈ ਵੀ ਪੈਕੇਜ ਕਿੱਥੇ ਜਾ ਰਿਹਾ ਵਾ। ਫਿਰ ਜਦੋਂ ਅਸੀਂ ਸਟੇਟਸ ਵੇਖਿਆ ਕਿ ਚਲੋ 1 ਦਿਨ ਠੀਕ ਹੈ, ਅਸੀਂ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਮੇਨ ਇੰਟਰਨੈਸ਼ਨਲ ਹੈਗਾ ਵਾ 1 ਦਿਨ 'ਚ। ਉਹ ਮੇਰੇ ਖਿਆਲ ਤੋਂ ਫਰਾਂਸ ਤੋਂ ਨਿਕਲ ਕੇ ਜਾ ਰਿਹਾ ਸੀ ਪੈਕੇਜ, 1 ਦਿਨ ਮੇਰੇ ਖਿਆਲ 1-2 ਦਿਨ ਉੱਥੇ ਹੀ ਅੜਿਆ ਰਿਹਾ ਫਰਾਂਸ 'ਚ। ਹੈਗੇ ਤੇ ਡਾਕੂਮੈਂਟ ਸੀ ਉਹ 'ਚ, ਕੁਝ ਹੈਗਾ ਵੀ ਨਹੀਂ ਸੀ, ਛੋਟਾ ਜਿਹਾ ਪੈਕੇਜ ਹੈਗਾ ਸੀ ਉਹ। ਤੇ ਮੇਨ ਫਿਰ ਸਾਡਾ ਕੰਸਰਨ ਥੋੜਾ ਵਧਿਆ ਕਿ ਯਾਰ ਜੇ ਦੂਜੇ ਦਿਨ ਵੀ ਫਰਾਂਸ 'ਚ ਹੀ ਆ, ਤੀਜੇ ਦਿਨ ਇੰਡੀਆ 'ਚ ਪਹੁੰਚਿਆ ਸੀ ਉਹ ਦਿੱਲੀ ਪਹੁੰਚਿਆ ਸੀ। ਚਲੋ ਸਾਨੂੰ ਥੋੜਾ ਜਿਹਾ ਹੋਇਆ ਕਿ ਚਲੋ ਇੰਡੀਆ ਪਹੁੰਚ ਗਿਆ ਕਿ ਚਲੋ ਇੰਟਰਨੈਸ਼ਨਲ ਐਕਸਪ੍ਰੈਸ ਸਰਵਿਸ ਆ ਤੇ ਮੈਨੂੰ ਲੱਗਦਾ ਸ਼ਾਮ ਤੱਕ ਹੀ ਘਲਾ ਦੂਗੇ ਮੇਨ। ਫਿਰ ਜਦੋਂ ਤੀਜੇ ਦਿਨ ਲਾਸਟ ਦਿਨ ਵੀ ਨਹੀਂ ਪਹੁੰਚਿਆ, ਮਤਲਬ ਕਿ ਉਹ ਸਟਿਲ ਦਿੱਲੀ 'ਚ ਸ਼ੋ ਹੋ ਰਿਹਾ ਸੀ ਕਿ ਕਾਈਂਡ ਆਫ ਕੰਟੈਕਟ ਕਰਨਾ ਸ਼ੁਰੂ ਕੀਤਾ ਸੀ, ਮਤਲਬ ਮੇਨ ਤੁਹਾਨੂੰ ਵੀ ਕਿਹਾ ਸੀ ਕਿ ਤੂੰ ਮੇਨ ਕੀ ਕੰਟੈਕਟ ਕਰੋ। ਤੇ ਤੁਹਾਡੇ ਮੇਨ ਤੁਸੀਂ ਜਦੋਂ ਕੰਟੈਕਟ ਕੀਤਾ ਤੁਹਾਡਾ ਕੀ ਐਕਸਪੀਰੀਅੰਸ ਰਿਹਾ? ਇਹ ਸੀਗਾ ਕਿ ਇਸ ਟਾਈਮ ਤੇ ਡਿਲੀਵਰੀਆਂ ਸਾਰੀਆਂ ਲੇਟ ਚੱਲ ਰਹੀਆਂ ਵਾ
ਅੱਛਾ ਰੀਜ਼ਨ ਉਸ ਟਾਈਮ ਆਈ ਥਿੰਕ ਸਟ੍ਰਾਈਕਸ ਵਗੈਰਾ ਚੱਲ ਰਹੀਆਂ ਸੀ, ਅੱਛਾ। ਰੇਲਸ ਨਹੀਂ ਚੱਲ ਰਹੀਆਂ ਸੀ Right. ਮਾਰਚ ਦੇ ਮਹੀਨੇ ਕੋਈ ਜ਼ਿਆਦਾ, ਠੀਕ ਹੈ। ਤੇ ਵੈਸਟ ਰੇਲ 'ਚ ਆਉਣਾ ਵੀ ਨਹੀਂ ਸੀਗਾ, ਬਟ ਉਸ ਟਾਈਮ ਪਤਾ ਨਹੀਂ ਉਹਨਾਂ ਦਾ ਐਕਸਕਿਊਜ਼ ਇਹ ਸੀ ਕਿ ਸਾਰੀਆਂ ਡਿਲੀਵਰੀਆਂ ਲੇਟ ਚੱਲ ਰਹੀਆਂ। ਬਟ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਡਾਕੂਮੈਂਟ ਚਾਹੀਦਾ, ਬਹੁਤ ਜ਼ਰੂਰੀ ਚਾਹੀਦਾ। ਉਹਨਾਂ ਨੇ ਠੀਕ ਹੈ ਰਿਕੁਐਸਟ ਨੂੰ ਉਹਦੇ ਵਿੱਚ ਪਾਇਆ ਕਿ ਹੈ ਨਾ ਕਿ ਇੰਪੋਰਟੈਂਟ ਡਾਕੂਮੈਂਟ ਐਂਡ ਜਲਦੀ ਚਾਹੀਦਾ ਵਾ। ਉਹਨਾਂ ਨੇ ਫਾਸਟ ਕਰਵਾਉਣ ਦੀ ਕੋਸ਼ਿਸ਼ ਕੀਤੀ, ਠੀਕ ਆ। ਬਟ ਦਿੱਲੀ ਤੋਂ ਵੀ ਠੀਕ ਹੈ ਨੈਕਸਟ ਡੇ ਚੌਥੇ ਦਿਨ ਨਿਕਲਿਆ ਉੱਥੋਂ, ਤੇ ਫਿਰ ਠੀਕ ਹੈ। ਫਿਰ ਉਸ ਤੋਂ ਬਾਅਦ ਲੁਧਿਆਣੇ ਦਾ ਰੌਲਾ ਕਿੰਨਾ ਹੈਗਾ ਸੀ, ਕਿੱਥੇ ਗਿਆ, ਫਿਰ ਉਹ ਵੀ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਫਿਰ ਜਦੋਂ ਲੁਧਿਆਣੇ ਪਹੁੰਚਿਆ, ਫਿਰ ਆਈ ਥਿੰਕ ਮੇਰੀ ਫਲਾਈਟ ਸੀ। ਹਾਂ, ਕਿ ਮੇਨ ਹੁਣ ਇਹਨਾਂ ਨੇ ਫਲਾਈਟ ਲੈਣੀ ਸੀ ਮੇਨ ਅੰਮ੍ਰਿਤਸਰ ਤੋਂ, ਹੁਣ ਮੁੰਬਈ ਜਾਣਾ ਸੀ, ਤਦ ਤੱਕ ਹਜੇ ਲੁਧਿਆਣੇ ਤੇ ਆਇਆ, ਤਦ ਤੱਕ ਅਜੇ ਲੁਧਿਆਣੇ ਆਇਆ। ਬਾਅਦ ਚ ਮੇਰੇ ਖਿਆਲ ਪਹੁੰਚ ਗਿਆ ਸੀ ਸ਼ਾਇਦ ਉਹ, ਜਦੋਂ ਮੈਂ ਬੰਬੇ ਪਹੁੰਚੀ। ਹਾਂ, ਜਦੋਂ ਇਹ ਮੁੰਬਈ ਪਹੁੰਚ ਗਏ। ਇਹ ਡਿਊਰਿੰਗ ਸਾਰੇ ਟਾਈਮ ਫਰੇਮ 'ਚ ਇੰਨਾ ਐਂਗਜ਼ਾਈਟੀ ਮੇਨ ਹੈਗੀ ਸੀ, ਕੰਸਰਨ ਹੈਗਾ ਸੀ। ਫਿਰ ਅਸੀਂ ਠੀਕ ਹੈ ਮਤਲਬ ਇੱਕ ਚੀਜ਼ ਅਸੀਂ ਸੋਚੀ ਉਸ ਤਰ੍ਹਾਂ, ਚਲੋ ਮੇਰੇ ਖਿਆਲ ਤੋਂ ਇੱਕ ਵਧੀਆ ਚੀਜ਼ ਇਮੀਗ੍ਰੇਸ਼ਨ ਅਟਾਰਨੀ ਨੇ ਵੀ ਕੀਤੀ। ਉਹਨਾਂ ਨੇ ਜਿਹੜੇ ਚਲੋ ਕਈ ਠੀਕ ਹੈ ਇੱਥੇ ਵੀ ਕਾਈਂਡ ਆਫ ਇੱਕ ਡਿਬੇਟੇਬਲ ਚੀਜ਼ ਹੈਗੀ ਆ ਇਹ, ਕਿ ਕਈ ਕਹਿੰਦੇ ਆ ਕਿ ਠੀਕ ਹੈ ਤੁਸੀਂ ਅਪਲੋਡ ਨਾ ਕਰੋ ਜੋ ਨੈਸ਼ਨਲ ਵੀਜ਼ਾ ਸੈਂਟਰ ਤੇ ਤੁਸੀਂ ਜਿਸ ਤਰ੍ਹਾਂ ਤੁਹਾਡਾ ਪੋਰਟਲ ਹੁੰਦਾ ਜਿੱਥੇ ਤੁਸੀਂ ਇਮੀਗ੍ਰੇਸ਼ਨ ਵੀਜ਼ਾ ਐਪਲੀਕੇਸ਼ਨ ਮਤਲਬ ਕੰਪਲੀਟ ਕੀਤੀ ਸੀ, ਉਹ ਪੋਰਟਲ ਹੈਗਾ ਵਾ, ਉਹਦੇ ਉੱਤੇ ਤੁਸੀਂ ਡਾਕੂਮੈਂਟਸ ਕਈ ਕਹਿੰਦੇ ਕਿ ਅਪਲੋਡ ਨਾ ਕਰੋ, ਪਰ ਸਾਡੇ ਅਟਾਰਨੀ ਨੇ ਕੀਤੇ ਸੀ ਕਿਉਂਕਿ ਮੇਨ ਅਲਟੀਮੇਟਲੀ ਉਹਨਾਂ ਨੇ ਵੀ ਉੱਤੇ ਹੀ ਕਰਨੇ ਹੈਗੇ ਸੀ ਕੋਈ ਵੀ ਮਤਲਬ ਇਮੀਗ੍ਰੇਸ਼ਨ ਆਫਿਸਰ, ਤੇ ਉਹਨਾਂ ਨੇ ਅਪਲੋਡ ਕਰਤੇ ਕਿ ਜੋ ਸਾਡੀ ਰੀਸੈਂਟ ਟ੍ਰਾਂਸਕ੍ਰਿਪਟ ਸੀ ਤੇ ਇੱਕ ਨਵਾਂ ਐਫੀਡੇਵਿਟ ਆਫ ਸਪੋਰਟ ਡਾਕੂਮੈਂਟ ਡਰਾਫਟ ਕੀਤਾ ਸੀ, ਤੇ ਉਹ ਵੀ ਸਾਈਨ ਕਰਕੇ ਉੱਤੇ ਕਰਤੇ, ਤੇ ਉਹਦਾ ਓਰੀਜਨਲ ਮੇਰੇ ਕੋਲ ਹੈਗਾ ਸੀ। ਤੇ ਮੇਰੇ ਖਿਆਲ ਤੋਂ ਉਹ ਚੀਜ਼ ਮੇਰੇ ਖਿਆਲ ਤੋਂ ਬੈਨੀਫੀਸ਼ੀਅਲ ਹੋਈ ਲੇਟਰ ਔਨ। ਤੇ ਪਰ ਸਟਿਲ ਇੱਕ ਐਂਗਜ਼ਾਈਟੀ ਹੈਗੀ ਸੀ ਕਿਉਂਕਿ ਡਿਲੇ ਨਾ ਹੋਵੇ। ਪਹਿਲੇ ਹੀ ਸਾਨੂੰ ਮੇਨ ਆਲਮੋਸਟ 3 ਸਾਲ ਤੋਂ ਵੱਧ ਹੋ ਗਿਆ ਵਾ, ਤੇ ਮੇਨ ਤੁਹਾਨੂੰ ਵੀ ਕੰਸਰਨ ਸੀ ਕਿ ਯਾਰ ਡਿਲੇ ਹੋ ਗਿਆ ਤੇ ਫਿਰ ਪਤਾ ਨਹੀਂ ਕਦੋਂ ਡੇਟਾ ਮਿਲਣੀਆਂ ਵਾ। ਫਿਰ ਠੀਕ ਹੈ ਮੇਨ ਅਲਟੀਮੇਟਲੀ ਮੈਂ ਸੋਚਿਆ ਜਸਟ ਵਿਦਿਨ 1 ਡੇ ਕਿ ਜਿਸ ਤਰ੍ਹਾਂ ਕਿ ਯਾਰ ਚਲੋ ਜਾਣਾ ਵਾ ਹੁਣ, ਕਿ ਚਲੋ ਵੇਖੀ ਜਾਊਗੀ ਕਿ ਚਲੋ ਘੱਟੋ ਘੱਟ ਓਰੀਜਨਲ ਜੋ ਨਵੇਂ ਵਾਲਾ ਵਾ ਉਹ ਮੇਰੇ ਕੋਲ ਹੋਊਗਾ। ਕਈਆਂ ਨੇ ਇਹ ਵੀ ਕਿਹਾ ਸੀ ਕਿ ਠੀਕ ਹੈ ਸਕੈਨ ਕਾਪੀਜ਼ ਫਾਈਨ ਹੈਗੀਆਂ ਵਾ, ਬਟ ਸਟਿਲ ਇੱਕ ਐਂਗਜ਼ਾਇਟੀ ਹੁੰਦੀ ਹੈ ਨਾ ਕਿਸੇ ਚੀਜ਼ ਕਰਕੇ ਮੇਰਾ ਕੋਈ ਬੈਕ ਨਾ ਹੋ ਜਾਏ ਜਾਂ ਕੁਝ ਨਾ ਹੋ ਜਾਏ, ਤੇ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ। ਐਂਡ ਸਪੈਸ਼ਲੀ ਕਿਉਂਕਿ ਬੰਦਾ ਖੁਦ ਕੌਨਫੀਡੈਂਟ ਨਹੀਂ ਹੋ ਪਾਉਂਦਾ ਜਦ ਤੱਕ ਕੋਈ ਸਾਰਾ ਮਟੀਰੀਅਲ ਪੂਰਾ ਨਹੀਂ ਹੁੰਦਾ, ਤੇ ਮੈਨੂੰ ਸੀਗਾ ਕਿ ਮੈਨੂੰ ਚਾਹੀਦਾ। ਫਿਰ ਠੀਕ ਹੈ, ਇਹਨਾਂ ਨੇ ਕਿਹਾ ਕਿ ਆ ਜਾਓ। ਫਿਰ ਮੈਂ ਇੱਕ ਦਿਨ ਦੇ ਵਿੱਚ ਹੀ ਫਿਰ ਮਤਲਬ ਸਾਰਾ ਕੁਝ ਕੀਤਾ, ਤੇ ਇਮੀਡੀਏਟਲੀ ਫਿਰ ਫਸਟ ਫਲਾਈਟ ਜੋ ਮੇਨ ਨੈਕਸਟ ਮਿਲੀ ਤੇ ਮੁੰਬਈ ਉੱਥੇ ਪਹੁੰਚ ਗਏ। ਤੇ ਚਲੋ ਇੱਕ ਸਾਈ ਆਫ ਰਿਲੀਫ, ਮੇਰੇ ਕੋਲ ਇੱਕ ਦਿਨ ਪਹਿਲੇ ਪਹੁੰਚਿਆ ਸੀ ਤੁਹਾਡੇ ਇੰਟਰਵਿਊ ਤੇ। ਹਾਂ, ਸਿੱਧਾ ਡਾਇਰੈਕਟਲੀ ਮੈਂ ਮੁੰਬਈ ਪਹੁੰਚ ਗਿਆ ਸੀ ਸੈਨ ਫਰਾਂਸਿਸਕੋ ਤੋਂ। ਕਤਰ 에ਅਰਵੇਜ਼ ਹੈਗੀ ਸੀ, ਕਾਫੀ ਵਧੀਆ ਫਲਾਈਟ ਹੈਗੀ ਆ, ਤੇ ਠੀਕ ਹੈ ਮੇਨ ਚਲੋ ਡਾਕੂਮੈਂਟਸ ਆ ਗਏ ਜੀ ਉੱਥੇ। ਪਰ ਸਟਿਲ ਇੱਕ ਐਂਗਜ਼ਾਈਟੀ ਹੈਗੀ ਸੀ ਕਿ ਵੀ ਮੇਨ ਕਿ ਠੀਕ ਹੈ ਬਈ ਇਹ ਚੱਲੂਗਾ ਨਹੀਂ ਚੱਲੂਗਾ। ਸਟਿਲ ਹੈ ਮੇਨ ਮਤਲਬ ਡਿਫਰੈਂਟ ਗਰੁੱਪਸ ਹੈਗੇ ਸੀ, ਉਹਨਾਂ ਤੋਂ ਐਕਸਪੀਰੀਅੰਸ ਲੈ ਰਹੇ ਸੀ ਕਿ ਵੀ ਕੀ ਹੋਊਗਾ। ਤੇ ਮੇਨ ਠੀਕ ਹੈ ਕਾਫੀਆਂ ਨੇ ਕਿਹਾ ਕਿ ਚਲੋ ਮੇਨ ਸਕੈਨ ਕਾਪੀਜ਼ ਐਕਸੈਪਟੇਬਲ ਹੈਗੀਆਂ ਕੋਵਿਡ ਦੇ ਕਰਕੇ, ਤੇ ਅਲਟੀਮੇਟਲੀ ਉਹੋ ਹੀ ਹੋਇਆ ਕਿ ਮੇਨ ਤੁਹਾਨੂੰ ਦਿੱਤਾ। ਤੇ ਤੁਸੀਂ ਦੱਸੋ ਕਿ ਅੰਦਰ ਤੁਹਾਨੂੰ ਉਹ ਐਫੀਡੇਵਿਟ ਆਫ ਸਪੋਰਟ ਬਾਰੇ ਕੀ ਪੁੱਛਿਆ ਗਿਆ? ਨਹੀਂ, ਮੈਨੂੰ ਕੁਝ ਨਹੀਂ ਪੁੱਛਿਆ ਗਿਆ ਉਹਦੇ ਬਾਰੇ। ਮੇਬੀ ਆਪਾਂ ਅਪਲੋਡ ਕੀਤੀ ਹੋਈ ਸੀ ਉਹਦੇ ਕਰਕੇ। ਬਾਕੀਆਂ ਤੋਂ ਕਿਉਂਕਿ ਮੈਂ ਜਿਹੜਾ ਉਹਨਾਂ ਦੀ ਇਮੀਗ੍ਰੇਸ਼ਨ ਦੀ ਵਿੰਡੋ ਸੀ ਉਹਦੇ ਅੱਗੇ ਬੈਠੀ ਹੋਈ ਸੀ ਕਿ ਕਿਸੇ ਤੋਂ ਕੀ ਕੁਐਸਚਨਸ, ਕਿਉਂਕਿ ਬੰਦੇ ਨੂੰ ਐਂਜ਼ਾਈਟੀ ਹੁੰਦੀ ਹੈ ਨਾ ਕਿ ਬਿਫੋਰ ਐਗਜ਼ਾਮ ਜਾਂ ਕੁਝ ਵੀ ਹੈ ਨਾ ਇੰਟਰਵਿਊ ਤੋਂ ਪਹਿਲਾਂ ਕਿ ਮੈਨੂੰ ਕੁਐਸਚਨਸ ਪਤਾ ਲੱਗ ਜਾਣ ਕਿ ਸਾਰੇ। ਤੇ ਮੇਰੇ ਖਿਆਲ ਨਾਲ ਮੈਂ 2 ਆਰ ਉੱਥੇ ਇਹੀ ਸਪੈਂਡ ਕਰ ਰਹੀ ਸੀ ਕਿ ਇਸ ਨੂੰ ਕੀ ਪੁੱਛਿਆ ਜਾ ਰਿਹਾ, ਅਗਰ ਬਾਈ ਚਾਂਸ ਮੈਨੂੰ ਕੁਐਸਚਨ ਪੁੱਛਿਆ ਗਿਆ ਮੇਰਾ ਕੀ ਰਿਐਕਸ਼ਨ ਹੋਏਗਾ ਜਾਂ ਜੋ ਵੀ ਹੈ। ਠੀਕ ਹੈ, ਕਾਫੀ ਨੂੰ ਕੁਐਸਚਨ ਪੁੱਛਿਆ ਜਾ ਰਿਹਾ ਸੀ ਐਫੀਡੇਵਿਟ ਆਫ ਸਪੋਰਟ ਦਾ, ਬਟ ਜਦੋਂ ਮੇਰੀ ਟਰਨ ਆਈ ਮੇਰੇ ਤੋਂ ਨਹੀਂ ਪੁੱਛਿਆ ਗਿਆ। ਮੇਰਾ ਸਾਰਾ ਕੰਸਰਨ ਉੱਤੇ ਸੀਗਾ ਕਿ ਨਾ ਤੁਹਾਡੇ ਤੋਂ ਕਾਪੀ ਮੰਗੀ ਗਈ ਕੋਈ? ਨਹੀਂ। ਅੱਛਾ, ਤੇ ਮੇ ਵੀ ਠੀਕ ਹੈ ਮਤਲਬ ਓਬਵੀਅਸਲੀ ਹੁਣ ਹੋ ਸਕਦਾ ਵਾ ਕਿ ਮੇਨ ਜੋ ਅਸੀਂ ਸੋਚ ਰਹੇ ਸੀ ਕਿ ਵੀ ਓਰੀਜਨਲ ਪਹਿਲੇ ਲੱਗਦੇ ਹੁੰਦੇ ਸੀ, ਕਿਉਂਕਿ ਮੈਂ ਵੀ ਉਹੀ ਕੌਂਸੂਲੇਟ ਦੇ ਥਰੂ ਹੀ ਲੰਘਿਆ ਹੈਗਾ, ਤੇ ਓਬਵੀਅਸਲੀ ਉਸ ਟਾਈਮ ਅਸੀਂ ਓਰੀਜਨਲ ਸਾਈਨਡ ਐਫੀਡੇਵਿਟ ਆਫ ਸਪੋਰਟ ਲੈ ਕੇ ਜਾਂਦੇ ਸੀ ਨਾਲ। ਤੇ ਪਰ ਹੁਣ ਤੁਹਾਨੂੰ ਲੱਗੀ ਨਹੀਂ ਕੋਈ ਵੀ ਕਾਪੀ, ਸਕੈਨ ਕਾਪੀ ਚੱਲ ਗਈ ਤੇ ਅਪਲੋਡ ਕੀਤਾ ਹੈਗਾ ਸੀ ਜੋ ਅਟਾਰਨੀ ਨੇ। ਠੀਕ ਆ, ਉਹਦਾ ਕੋਈ ਨੈਗੇਟਿਵ ਫਰਕ ਇਹੋ ਜਿਹਾ ਕੁਝ ਨਹੀਂ ਪਿਆ ਹੈਗਾ ਜਿਸ ਤਰ੍ਹਾਂ ਮੇਨ ਕਈਆਂ ਨੂੰ ਕੰਸਰਨ ਹੁੰਦਾ ਵਾ, ਤੇ ਉਹ ਚੀਜ਼ ਮਤਲਬ ਕਿ ਠੀਕ ਹੈ ਉਹ ਵੀ ਵਰਕ ਕਰ ਗਈ। ਤੇ ਇੱਕ ਨਵਾਂ ਐਫੀਡੇਵਿਟ ਆਫ ਸਪੋਰਟ ਮਤਲਬ ਅਪਲੋਡ ਕੀਤਾ ਹੈਗਾ ਸੀ, ਤੇ ਉਹ ਵਾਲਾ ਵੀ ਮੇਰੇ ਖਿਆਲ ਤੋਂ ਹੈਲਪਫੁਲ ਰਿਹਾ। ਤੇ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ ਚੀਜ਼ ਜ਼ਰੂਰ ਮੇਨ ਲੈ ਕੇ ਜਾਓ ਕਿ
ਓਬਵੀਅਸਲੀ ਹੁਣ ਜਿਸ ਤਰ੍ਹਾਂ ਇੰਟਰਵਿਊਜ਼ ਡਿਲੇ ਹੋ ਰਹੇ ਆ ਕਿ ਤੁਹਾਡੇ ਸਪਾਂਸਰ ਨੂੰ ਕਹੋ, ਉਹਨਾਂ ਨੇ ਆਲਰੇਡੀ ਇੱਕ ਫਾਈਲ ਕੀਤਾ ਹੈਗਾ ਵਾ, ਉਹਨਾਂ ਨੂੰ ਕਹੋ ਕਿ ਨਿਊ ਫਾਈਨੈਂਸ਼ੀਅਲ ਫਸਟ ਟ੍ਰਾਂਸਕ੍ਰਿਪਟ, ਟੈਕਸ ਰਿਟਰਨ ਨਹੀਂ ਐਕਸੈਪਟੇਬਲ ਹੋਣੀ, ਟ੍ਰਾਂਸਕ੍ਰਿਪਟ ਚਾਹੀਦੀ ਆ। ਉਹਨਾਂ ਨੂੰ ਕਹੋ ਟੈਕਸ ਟ੍ਰਾਂਸਕ੍ਰਿਪਟ ਭੇਜਣ ਕਿ ਜਿਸ ਤਰ੍ਹਾਂ ਸਮਝ ਲਓ ਤੁਸੀਂ ਹੁਣ ਇੰਟਰਵਿਊ ਲਈ ਜਾ ਰਹੇ ਹੋ ਤੇ ਉਹਨਾਂ ਨੂੰ ਕਹੋ ਕਿ 2021 ਦੀ ਜਾਂ ਜੇ ਤੁਸੀਂ ਹੁਣ 23 'ਚ ਜਾ ਰਹੇ ਹੋ 2022 ਦੀ ਟੈਕਸ ਟ੍ਰਾਂਸਕ੍ਰਿਪਟ ਤੁਹਾਨੂੰ ਉਹ ਦੇਣ। ਟੈਕਸ ਟ੍ਰਾਂਸਕ੍ਰਿਪਟ ਠੀਕ ਆ, ਇੱਕ ਬੇਸਿਕਲੀ PDF ਫਾਈਲ ਹੁੰਦੀ ਆ 2-3 ਪੇਜਾਂ ਦੀ, ਤੇ ਉਹ ਕਾਈਂਡ ਆਫ ਇੱਕ ਪੂਰਾ ਹਿਸਟਰੀ ਆ ਕਿ ਕੀ ਟੈਕਸ ਫਾਈਲ ਕੀਤਾ ਵਾ ਉਹ ਵਾਲੇ ਸਾਲ ਦਾ। ਤੇ ਉਹਨਾਂ ਨੂੰ ਨਾਲ ਕਿਹੋ ਕਿ ਇੱਕ ਰੀਸੈਂਟ ਉਹਨਾਂ ਦਾ W2 ਕੀ ਕੋਈ ਸੈਲਰੀ ਦਾ ਪੇ ਸਟੱਬ ਰੀਸੈਂਟ ਵਾਲਾ ਜਾਂ ਪਿਛਲੇ ਸਾਲ ਦਾ, ਜਾਂ ਫਿਰ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਜੇ ਉਹਨਾਂ ਦਾ ਕੋਈ ਬਿਜ਼ਨਸ ਹੈਗਾ ਵਾ ਤੇ ਉਹ ਤੁਹਾਨੂੰ ਪ੍ਰੋਵਾਈਡ ਕਰਨ, ਕਿਉਂਕਿ ਉਹ ਇਨਫੋਰਮੇਸ਼ਨ ਓਬਵੀਅਸਲੀ ਚਾਹੀਦੀ ਹੁੰਦੀ ਹੈ ਕਿਉਂਕਿ ਉਹ ਐਕਸਪਾਇਰ ਹੋ ਚੁੱਕੀ ਹੈ। ਜੇ ਤੁਹਾਡੇ ਕੋਲੋਂ ਨਹੀਂ ਹੋਊਗੀ ਤੇ ਅਲਟੀਮੇਟਲੀ ਇਹੋ ਹੀ ਹੋਣਾ ਹੈਗਾ ਵਾ ਕਿ ਠੀਕ ਹੈ ਤੁਹਾਨੂੰ ਇੱਕ ਵੀਜ਼ਾ ਰਿਜੈਕਸ਼ਨ ਦਾ ਫਾਰਮ ਫੜਾ ਦਿੱਤਾ ਜਾਣਾ ਵਾ ਤੇ ਉਹਦੇ ਵਿੱਚ ਮੈਂਸ਼ਨ ਕੀਤਾ ਹੋਣਾ ਕਿ ਤੁਸੀਂ ਇਹ ਡਾਕੂਮੈਂਟ ਸਬਮਿਟ ਕਰੋ ਤੇ ਵਿਦਨ ਠੀਕ ਹੈ 60 ਡੇਜ਼ ਤੇ ਜਦੋਂ ਤੁਸੀਂ ਸਬਮਿਟ ਕਰਦੇ ਹੋ ਠੀਕ ਹੈ ਮੇਨ ਤੁਹਾਡੀ ਉਹ ਪ੍ਰੋਸੈਸਿੰਗ ਕਰਕੇ ਜੇ ਹੋਰ ਕੋਈ ਇਸ਼ੂ ਨਹੀਂ ਆ ਤਾਂ ਠੀਕ ਹੈ ਮੇਨ ਤੁਹਾਨੂੰ ਸਮੂਥਲੀ ਹੋ ਜਾਊਗਾ, ਪਰ ਕਈ ਵਾਰ ਡਿਲੇ ਵੀ ਹੋ ਜਾਂਦੀ ਆ। ਬਟ ਉਹ ਵੀ ਨਾ ਕੋਵਿਡ ਟਾਈਮ 'ਚ ਆਲਰੇਡੀ ਇੰਨਾ ਡਿਲੇ ਰਾਈਟ ਤੇ ਉਹਦੇ ਕਰਕੇ ਇੰਪੋਰਟੈਂਟ ਜੋ ਐਫੀਡੇਵਿਟ ਆਫ ਸਪੋਰਟ ਬਾਰੇ ਇਨਫੋਰਮੇਸ਼ਨ ਹੈ ਕਿਉਂਕਿ ਤੁਸੀਂ ਆਲਰੇਡੀ ਇਹ ਸਬਮਿਟ ਕਰ ਚੁੱਕੇ ਹੋ, ਇਹਦੀ ਕਾਪੀ ਨਾਲ ਲੈ ਜਿਓ। ਮੇਨ ਜੇ ਓਰੀਜਨਲ ਹੈਗੀ ਆ ਵੈਲ ਐਂਡ ਗੁੱਡ ਕਿ ਸਟਿਲ ਔਨ ਸੇਫਰ ਸਾਈਡ, ਕਿਉਂਕਿ ਪਾਲਿਸੀਜ਼ ਹੈਗੀਆਂ ਵਾ ਜੋ ਚੇਂਜ ਹੁੰਦੀਆਂ ਰਹਿੰਦੀਆਂ, ਕੁਛ ਨਹੀਂ ਪਤਾ। ਓਰੀਜਨਲ ਲੈ ਜਿਓ ਜੇ ਤੁਹਾਡੇ ਕੋਲ ਇੰਟਰਵਿਊ ਟਾਈਮ ਹੈਗਾ ਵਾ, ਕਿਉਂਕਿ ਕਈਆਂ ਦੇ ਮੇਰੇ ਖਿਆਲ ਤੋਂ ਰੈਂਡਮਲੀ ਆ ਰਹੇ ਆ ਕਿ 15 ਦਿਨ ਜਾਂ ਮਹੀਨੇ ਬਾਅਦ ਵੀ ਆ ਰਹੇ ਆ। ਠੀਕ ਹੈ ਤੁਹਾਡੇ ਕੋਲ ਟਾਈਮ ਹੈਗਾ ਵਾ ਤੇ ਓਰੀਜਨਲ ਫਿਰ ਲੈ ਜਿਓ ਤੁਸੀਂ। ਫਿਰ ਨਾਲ ਰੀਸੈਂਟ ਤੁਹਾਡੇ ਫਾਈਨੈਂਸ਼ੀਅਲਸ, ਜੋ ਰੀਸੈਂਟ ਸਪਾਂਸਰ ਆ ਤੁਹਾਡੇ ਉਹਨਾਂ ਦੇ ਫਾਈਨੈਂਸ਼ੀਅਲ ਟੈਕਸ ਟ੍ਰਾਂਸਕ੍ਰਿਪਟ W2 ਫਾਰਮ ਰੀਸੈਂਟ ਵਾਲਾ ਤੇ ਉਹਨਾਂ ਦਾ ਕੋਈ ਪੇ ਸਟੱਬ 1 ਮਹੀਨੇ ਵਾਲਾ, ਕਿਉਂਕਿ ਪੇ ਸਟੱਬ ਨਾਰਮਲੀ ਹਰ 15 ਦਿਨ ਬਾਅਦ ਤੁਹਾਡੀ ਪੇ ਮਿਲਦੀ ਹੈ ਇੱਥੇ ਅਮਰੀਕਾ 'ਚ, ਤੇ ਉਹਦੇ 2 ਪੇ ਸਟੱਬ ਲੈ ਜਿਓ ਰੀਸੈਂਟ ਨਾਲ। ਤੇ ਮੇਰੇ ਖਿਆਲ ਤੋਂ ਤੁਹਾਨੂੰ ਕੋਈ ਇਸ਼ੂ ਘੱਟੋ ਘੱਟ ਐਫੀਡੇਵਿਟ ਆਫ ਸਪੋਰਟ ਰਿਲੇਟਡ ਫਿਰ ਹੋਣਾ ਨਹੀਂ ਚਾਹੀਦਾ ਹੈਗਾ। ਤੇ ਹੋਰ ਮੇਰੇ ਖਿਆਲ ਤੋਂ ਤੁਹਾਨੂੰ ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਮਿਲੀ ਹੋਣੀ ਆ ਈਵਨ ਸਾਡੇ ਐਕਸਪੀਰੀਅੰਸ ਦੇ ਥਰੂ। ਤੇ ਇੰਡੀਆ ਦੀ ਮੇਲ ਦੇ ਉੱਤੇ ਈਵਨ ਅਮਰੀਕਾ ਤੋਂ ਜਾ ਰਹੀ ਆ ਮੇਨ ਡਿਫਰੈਂਟ ਫੈਡੈਕਸ ਆ UPS, ਇਹਨਾਂ ਰਿਲਾਈ ਨਾ ਕਰੋ। ਪਤਾ ਨਹੀਂ ਜਿੰਨਾ ਟਾਈਮ ਦੱਸਦੇ ਹੁੰਦੇ ਆ ਹਮੇਸ਼ਾ ਹੀ ਇਟਸ ਮੋਰ ਦੈਨ ਦੈਟ, ਮਤਲਬ ਇਹ ਤੇ ਅਸੀਂ 8ਵੇਂ ਦਿਨ ਆਈ ਸੀ। ਹਾਂ ਮੇਰੇ ਖਿਆਲ ਨਾਲ ਆਪਾਂ ਬੰਬੇ 8ਵੇਂ ਦਿਨ ਆਈ ਸੀ, ਸਟਿਲ ਲੁਧਿਆਣੇ ਪਹੁੰਚੀ ਸੀ, ਮੇਰੇ ਘਰ ਨਹੀਂ ਪਹੁੰਚੀ ਮਤਲਬ 8ਵੇਂ ਦਿਨ ਆਈ ਆ, 3 ਦਿਨ ਠੀਕ ਆ, ਕਿਉਂਕਿ ਦੇਖੋ ਉਹ ਵੀ ਏਜੰਸੀਆਂ ਕੁਛ ਕੰਪਨੀਆਂ ਕੁਛ ਨਹੀਂ ਕਰ ਸਕਦੀਆਂ ਅੱਗੇ। ਇੰਡੀਆ ਦਾ ਮੇਨ ਉੱਥੇ ਵੀ ਚੈਕਿੰਗ ਹੁੰਦੀ ਆ ਤੁਹਾਡੇ ਡਾਕੂਮੈਂਟਸ ਦੀ, ਤੋਂ ਬਾਅਦ ਉਹਨੂੰ ਪ੍ਰੈਫਰੈਂਸ ਮੇਲ ਦੇ ਵਿੱਚ ਪਾਉਣ ਤੋਂ ਬਾਅਦ ਰਾਈਟ ਸਟਿਲ ਇੰਨੇ ਦਿਨ ਲੱਗ ਗਏ ਸੀ। ਉਹਦੇ ਕਰਕੇ ਮੇਨ ਇਹ ਪਹਿਲੇ ਪਲੈਨਿੰਗ ਕਰ ਲਓ। ਬੈਸਟ ਪਲੈਨਿੰਗ ਇਹੋ ਹੀ ਆ ਕਿ ਤੁਸੀਂ ਇਹ ਕਰ ਸਕਦੇ ਹੋ, ਕਿਉਂਕਿ ਇਹ ਡਾਕੂਮੈਂਟ ਆ ਸਮਝ ਲਓ ਜਿਸ ਤਰ੍ਹਾਂ ਤੁਹਾਡੀ ਡਾਕੂਮੈਂਟਲੀ ਲਈ ਕੁਆਲੀਫਾਈਡ ਡੇਟ ਆ ਚੁੱਕੀ ਆ, ਉਹਨੂੰ 5 ਮਹੀਨੇ ਹੋ ਗਏ ਆ, ਕਿਉਂਕਿ ਕਰੰਟਲੀ ਅਰਾਊਂਡ 9 ਮਹੀਨੇ ਤੋਂ 11 ਮਹੀਨੇ ਅਪਰੋਕਸੀਮੇਟਲੀ ਲੱਗ ਰਹੇ ਆ, ਕਈਆਂ ਨੂੰ ਵੱਧ ਵੀ ਲੱਗ ਰਹੇ ਆ, ਪਰ ਐਵਰੇਜ ਅਰਾਊਂਡ ਇੰਨਾ ਟਾਈਮ ਫਰੇਮ। ਜੋ ਤੁਹਾਡੇ 5 ਮਹੀਨੇ ਹੋ ਜਾਂਦੇ ਆ ਫਿਰ ਤੁਸੀਂ ਠੀਕ ਹੈ ਉਹਨਾਂ ਤੋਂ ਸਪਾਂਸਰ ਆਪਣੇ ਤੋਂ ਮੰਗਾ ਲਓ ਅਪਡੇਟਡ ਡਾਕੂਮੈਂਟਸ। ਤੇ ਠੀਕ ਹੈ ਬੈਸਟ ਚੀਜ਼ ਉਹ ਹੀ ਆ, ਇੰਸਟੈਡ ਆਫ ਕਿ ਤੁਸੀਂ ਉਹਨਾਂ ਤੋਂ ਮੇਨ ਵੇਟ ਕਰਨ ਦੀ ਬਜਾਏ ਤੁਸੀਂ ਉਹਨਾਂ ਨੂੰ ਕਹੋ ਕਿ ਸਾਨੂੰ ਓਰੀਜਨਲ ਤੁਸੀਂ ਭੇਜ ਦਿਓ ਹੁਣੇ ਹੀ, ਕਿ ਸਾਡੀ ਜਦੋਂ ਇੰਟਰਵਿਊ ਆਊਗੀ ਅਸੀਂ ਪ੍ਰੀਪੇਅਰਡ ਰਵਾਂਗੇ ਕਿ ਸਾਨੂੰ ਕਹਿਣਾ ਨਹੀਂ ਪੈਣਾ ਉਸ ਟਾਈਮ। ਕਿਉਂਕਿ ਸਾਡੇ ਟਾਈਮ ਸਾਨੂੰ ਪਤਾ ਨਹੀਂ ਸੀ ਕਿ ਇੰਨਾ ਸ਼ਾਰਟ ਪੀਰੀਅਡ ਦੇ ਸਕਦੇ ਸੀ, ਐਕਸਪੈਕਟ ਕੀਤਾ ਸੀ ਘੱਟੋ ਘੱਟ 1 ਮੰਥ ਰਾਈਟ, ਕਿਉਂਕਿ ਨਾਰਮਲੀ ਇੰਨਾ ਹੁੰਦਾ ਹੈਗਾ ਸੀ 1 ਮੰਥ ਦਾ ਟਾਈਮ। 1 ਵੀਕ ਵਾਲਾ ਸੀ ਐਕਸਪੈਕਟ ਨਹੀਂ ਕੀਤਾ ਸੀ ਟਾਈਮ। ਕਾਫੀ ਭੱਜ ਦੌੜ ਹੋਈ, ਮਤਲਬ ਇੱਕ ਦਿਨ 'ਚ ਤੁਸੀਂ ਡਿਸਾਈਡ ਕਰੋ ਕਿ ਮੈਂ ਕੱਲ ਜਾ ਰਿਹਾ ਹਾਂ ਜੀ, ਚਲੋ ਰੈਡੀ ਨਹੀਂ ਸੀਗਾ ਮੈਨੂੰ ਪਤਾ ਵਾ ਕਿੰਨੀ ਛੇਤੀ ਮੈਂ ਮੇਨ ਪੈਕਿੰਗ ਕੀਤੀ ਕਿ ਬਸ ਹੁਣ ਨਿਕਲ ਰਹੇ ਜੀ ਸ਼ਾਮ ਨੂੰ ਹੁਣ। ਤੇ ਇੱਕ ਉੱਤੋਂ ਹੋਰ ਪੰਗਾ ਜਿਹੜਾ ਮੇਨ ਕੋਵਿਡ ਟੈਸਟ ਦਾ ਹੈਗਾ ਸੀ, ਕਿਉਂਕਿ ਕੋਵਿਡ ਟੈਸਟ ਵੀ ਸਾਨੂੰ ਕਰਾਉਣਾ ਪੈਂਦਾ। ਮੈਨੂੰ ਯਾਦ ਆ ਕਿ ਉੱਥੇ ਮੈਂ ਗਿਆ ਤੇ ਅਰਾਊਂਡ $250 ਲੱਗ ਗਏ ਮੇਨ ਕੋਵਿਡ ਟੈਸਟ ਕਰਾਉਣ ਦੇ। ਉਹ ਵੀ ਇਮੀਡੀਏਟਲੀ ਤੁਸੀਂ ਕਰਾਓ, ਕੋਈ ਅਪਾਇੰਟਮੈਂਟ ਨਹੀਂ ਮਿਲ ਰਹੀ ਸੀ ਕਿ ਜਿੱਥੇ ਮੈਂ ਪਹਿਲੇ ਕਰਾਉਣਾ ਸੀ। ਉਹਦੇ ਕਰਕੇ ਸਾਰੇ ਹੈਸਲ ਤੋਂ ਬਚਣ ਲਈ, ਕਿਉਂਕਿ ਹੁਣ ਤੇ ਚਲੋ ਕੋਵਿਡ ਟੈਸਟ ਦੀ ਮੇਰੇ ਖਿਆਲ ਤੋਂ ਇੰਡੀਆ 'ਚ ਪਤਾ ਨਹੀਂ ਸ਼ਾਇਦ ਲੋੜ ਹੈਗੀ ਕਿ ਨਹੀਂ ਹੈਗੀ, ਅਮਰੀਕਾ 'ਚ ਤੇ ਚਲੋ US ਸਿਟੀਜ਼ਨਸ ਨੂੰ ਜਾਂ ਪਰਮਨੈਂਟ ਰੈਸੀਡੈਂਟਸ ਨੂੰ ਨਹੀਂ ਹੈਗੀ। ਤੇ ਇੰਪੋਰਟੈਂਟ ਚੀਜ਼ ਹੈਗੀ ਆ ਕਿ ਇਹ ਪਹਿਲੇ ਸਾਰਾ ਕੁਝ ਫਿਰ ਆਪਣੇ ਮੰਗਾ ਲਓ, ਓਰੀਜਨਲ ਐਫੀਡੇਵਿਟ ਆਫ ਸਪੋਰਟ ਉਹਨਾਂ ਨੂੰ ਕਹੋ ਸਾਨੂੰ ਹੁਣੇ ਭੇਜ ਦਿਓ, ਤੇ ਉਹਨਾਂ ਦੇ ਅਪਡੇਟਡ ਫਾਈਨੈਂਸ਼ੀਅਲ ਆਫਟਰ ਠੀਕ ਹੈ 5-6 ਮੰਥਸ ਤੁਸੀਂ ਮੰਗਾ ਕੇ ਰੱਖ ਲਓ। ਬੈਸਟ ਐਡਵਾਈਸ ਤੇ ਇਹੋ ਹੀ ਹੈਗੀ ਆ। ਤੇ ਮੇਰੇ ਖਿਆਲ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਤੇ ਨੈਕਸਟ ਆਪਾਂ ਇਹੋ ਹੀ ਪ੍ਰੋਸੈਸ ਬਾਰੇ ਹੋਰ ਫਰਦਰ ਵੀਡੀਓਜ਼ ਲਿਆਉਂਦੇ ਆ। ਤੇ ਕੀਪ ਔਨ ਵਾਚਿੰਗ
subscribe, like and share the videos. Thank you.